ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਭਗਤ ਬਾਣੀ ਅੰਮ੍ਰਿਤ ਵੇਲੇ ਪ੍ਰਾਰੰਭ ਹੋਈ ਸੀ। 92 ਅੰਗ ਤੇ ਭਗਤ ਕਬੀਰ ਜੀ ਦਾ ਪਹਿਲਾ ਸ਼ਬਦ ਪਾਵਨ ਸ਼ਬਦ ਉਚਾਰਨ ਹੋਇਆ। ਕਬੀਰ ਜੀ ਨੂੰ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੇ ਮਾਣ ਵਡਿਆਈ ਸਿਰੋਂ ਪਾਉ ਬਖਸ਼ਿਸ਼ ਕੀਤਾ ਹੈ। ਸੋ ਜਿਸ ਤਰ੍ਹਾਂ ਰਾਗਾਂ ਵਿੱਚ ਸ੍ਰੀ ਰਾਗ ਹੈ, ਪੰਛੀਆਂ ਵਿੱਚੋਂ ਮੋਰ ਪੰਛੀ ਮੰਨਿਆ ਜਾਂਦਾ ਸ਼੍ਰੋਮਣੀ, ਪਰਬਤਾਂ ਵਿੱਚੋਂ ਸੁਮੇਰ ਪਰਬਤ ਨੂੰ ਸ਼੍ਰੋਮਣੀ ਮੰਨਿਆ ਗਿਆ ਹੈ। ਇਸੇ ਤਰ੍ਹਾਂ ਹੀ ਭਗਤ ਕਬੀਰ ਜੀ ਨੂੰ ਭਗਤਾਂ ਵਿੱਚੋਂ ਸ਼੍ਰੋਮਣੀ ਮੰਨਿਆ ਗਿਆ। ਸੋ ਹੁਣ ਬਖਸ਼ਿਸ਼ ਕਰਦੇ ਨੇ ਸ੍ਰੀ ਰਾਗ ਤਿਰਲੋਚਨ ਕਾ। ਤਿਰਲੋਚਨ ਭਗਤ ਜੀ ਦਾ ਇਹ ਪਾਵਨ ਸ਼ਬਦ। ਸੋ ਤਿਰਲੋਚਨ ਭਗਤ ਜੀ ਕੋਲ ਜਿਵੇਂ ਉਹਨਾਂ ਦੇ ਕੋਲ ਰਹਿਣ ਵਾਲੇ ਉਹਨਾਂ ਦੇ ਜੋ ਚੇਲੇ ਸਨ, ਉਹਨਾਂ ਕੋਲ ਸਿੱਖਿਆ ਪ੍ਰਾਪਤ ਕਰਦੇ ਸ਼ਿਸ਼ ਤੋਂ ਹੀ ਅੱਖਰ ਬਣਿਆ ਸਿੱਖ। ਸ਼ਿਸ਼ ਹੁੰਦਾ ਸਿੱਖਿਆਰਥੀ, ਸਿੱਖਿਆ ਲੈਣ ਵਾਲਾ। ਬੇਨਤੀ ਕੀਤੀ ਕਿ ਮਨੁੱਖ ਨੂੰ ਬਿਰਧ ਅਵਸਥਾ ਅਤੇ ਮਰਨ ਦਾ ਖੌਫ ਕਿਉਂ ਭੁੱਲ ਗਿਆ, ਜਦੋਂ ਕਿ ਬੰਦੇ ਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਬਹੁਤ ਜ਼ਰੂਰੀ ਨੇ, ਜਿਨ੍ਹਾਂ ਕਰਕੇ ਮਨ ਦੇ ਅੰਦਰ ਬੰਦੇ ਦੇ ਵਿਰਾਗ ਬਣਿਆ ਰਹਿੰਦਾ ਅਤੇ ਵਿਰਾਗ ਹੋਣ ਕਰਕੇ ਤਿਆਗ ਬਣਿਆ ਰਹਿੰਦਾ। ਬੰਦੇ ਦੇ ਅੰਦਰ ਫਿਰ ਪਰਮੇਸ਼ਰ ਪ੍ਰਤੀ ਵਿਰਾਗ ਹੋ ਜਾਂਦਾ, ਭਗਤੀ ਵਿੱਚ ਮਨ ਲੱਗਦਾ। ਸੋ ਭਗਤ ਤਿਰਲੋਚਨ ਜੀ ਉਹਦਾ ਜਵਾਬ ਦਿੰਦਿਆਂ ਹੋਇਆਂ ਫਰਮਾਉਂਦੇ ਹਨ, ਮਾਇਆ ਮੋਹ ਮਨ ਆਗਲੜਾ ਪ੍ਰਾਣੀ। ਇਹ ਪ੍ਰਾਣੀ ਜਿਹੜਾ ਜੀਵ ਹੈ ਨਾ, ਪੁਰਸ਼ ਦੇ ਮਨ ਵਿੱਚ ਮਾਇਆ ਦਾ ਮੋਹ ਆਗਲੜਾ ਤੋਂ ਭਾਵ ਬਹੁਤਾ ਹੀ ਜ਼ਿਆਦਾ ਵਧਿਆ ਹੋਇਆ, ਅਨਾਦਿ ਕਾਲ ਤੋਂ ਸ਼ੁਰੂ ਤੋਂ ਲੈ ਕੇ ਇਹਦੇ ਸਾਹਮਣੇ ਹੀ ਆ ਕੇ ਹਮੇਸ਼ਾ ਮਾਇਆ ਦਾ ਮੋਹ ਹੀ ਖੜਾ ਰਹਿੰਦਾ ਹੈ, ਕਿਉਂਕਿ ਉਹ ਚੀਜ਼ਾਂ ਆਪਣਾ ਪ੍ਰਭਾਵ ਪਾਉਂਦੀਆਂ ਨੇ। ਹਰ ਮਾੜੀ ਚੀਜ਼ ਕੋਸ਼ਿਸ਼ ਕਰਦੀ ਹੈ ਜਿਵੇਂ ਕਿ ਹਰੇਕ ਬੰਦਾ ਮੇਰੇ ਪ੍ਰਭਾਵ ਥੱਲੇ ਰਹੇ। ਵੱਡੇ ਪੁਰਸ਼ ਕਦੇ ਐਸਾ ਨਹੀਂ ਕਰਦੇ, ਸੋ ਪਰਮੇਸ਼ਰ ਕਦੇ ਐਸਾ ਨਹੀਂ ਕਰਦੇ ਕਿ ਮੇਰੇ ਪ੍ਰਭਾਵ ਥੱਲੇ ਰਹੋ, ਪਰ ਉਹ ਤੋਂ ਥੱਲੇ ਜਿੰਨੀਆਂ ਸ਼ਕਤੀਆਂ ਨੇ ਉਹ ਸਾਰੀਆਂ ਹੀ ਇਹੀ ਚਾਹੁੰਦੀਆਂ। ਮਾਇਆ ਚਾਹੁੰਦੀ ਮੇਰੇ ਅਧੀਨ ਰਹਿਣ ਸਾਰੇ, ਇਸੇ ਤਰ੍ਹਾਂ ਕਾਲ ਚਾਹੁੰਦਾ ਮੇਰੇ ਅਧੀਨ ਰਹਿਣ ਸਾਰੇ, ਸ਼ਕਤੀਆਂ ਵਾਲੇ ਦੇਵੀ ਦੇਵਤਾ ਕਹਿੰਦੇ ਮੇਰੇ ਅਧੀਨ ਦੁਨੀਆ ਰਹੇ, ਪੀਰ ਆਦਿਕ ਚਾਹੁੰਦੇ ਨੇ ਕਿ ਵੱਧ ਤੋਂ ਵੱਧ ਦੁਨੀਆ ਸਾਨੂੰ ਮੰਨੇ, ਮੈਨੂੰ ਛੱਡ ਕੇ ਹੋਰ ਕੋਈ ਕਿਤੇ ਨਾ ਜਾਵੇ। ਹਰੇਕ ਪ੍ਰਕਾਰ ਦਾ ਜਿਤਨਾ ਵੀ ਸੰਸਾਰ ਦੇ ਅੰਦਰ ਕੋਈ ਸ਼ਕਤੀ ਰੱਖਦਾ ਹੈ, ਉਹ ਆਪਣਾ ਪ੍ਰਭਾਵ ਜ਼ਰੂਰ ਦਿਖਾਉਂਦਾ ਹਰੇਕ ਨੂੰ। ਇਸ ਕਰਕੇ ਮਾਇਆ ਹਮੇਸ਼ਾ ਇਹਦੇ ਸਨਮੁਖ ਰਹਿ ਕੇ ਬੰਦੇ ਨੂੰ ਆਪਣੇ ਵੱਲ ਖਿੱਚਣ ਦਾ ਹਮੇਸ਼ਾ ਹੀ ਯਤਨ ਕਰਦੀ ਰਹਿੰਦੀ ਹੈ। ਜਰਾ ਮਰਨ ਭਉ ਵਿਸਰ ਗਿਆ। ਇਸ ਕਰਕੇ ਬੰਦੇ ਨੂੰ ਜਿਹੜਾ ਜਰਾ ਹੁੰਦੀ ਬਿਰਧ ਅਵਸਥਾ ਅਤੇ ਮਰਨ ਦਾ ਜਿਹੜਾ ਖੌਫ ਸੀ ਉਹ ਭੁੱਲ ਗਿਆ, ਜਾਂ ਫਿਰ ਮਰ ਕਰਕੇ ਚਿਖਾ ਉੱਪਰ ਜਾਂ ਨਰਕ ਅਗਨੀ ਵਿੱਚ ਜਰਾ ਹੁੰਦਾ ਸੜਨ ਦਾ ਖੌਫ ਜਿਹੜਾ ਹੈ ਉਹ ਭੁੱਲ ਗਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਕਿਉਂਕਿ ਪਰਿਵਾਰ ਦਾ ਮਾਇਆ ਦਾ ਮੋਹ, ਪਰਿਵਾਰ ਦਾ ਮੋਹ ਇਹ ਸਾਰਾ ਮਾਇਆ ਦਾ ਹੀ ਜਾਲ ਹੈ। ਕੁਟੰਬ ਦੇਖ ਬਿਗਸਹਿ ਕਮਲਾ ਜਿਉਂ। ਆਪਣੇ ਪਰਿਵਾਰ ਨੂੰ ਦੇਖ ਕੇ, ਇਸਤਰੀ ਪੁੱਤਰ ਧੀਆਂ ਰਿਸ਼ਤੇਦਾਰਾਂ ਨੂੰ ਦੇਖ ਕੇ ਇਹ ਬਹੁਤ ਆਨੰਦਿਤ ਹੁੰਦਾ। ਕੁਟੰਬ ਦੇਖ ਬਿਗਸਹਿ ਜਿਉਂ, ਜਿਸ ਪ੍ਰਕਾਰ ਕਹਿੰਦੇ ਕਮਲਾ ਲక్ష్ਮੀ ਆਪਣੇ ਪਤੀ ਵਿਸ਼ਨੂੰ ਨੂੰ ਦੇਖ ਕੇ ਪ੍ਰਸੰਨ ਹੁੰਦੀ ਹੈ, ਅਥਵਾ ਜਿਸ ਪ੍ਰਕਾਰ ਕਮਲ ਦਾ ਫੁੱਲ ਸੂਰਜ ਨੂੰ ਦੇਖ ਕੇ ਖਿੜ ਜਾਂਦਾ ਹੈ, ਇਸੇ ਤਰ੍ਹਾਂ ਇਹ ਪੁਰਸ਼ ਆਪਣੇ ਪਰਿਵਾਰ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ। ਸੋ ਅਥਵਾ ਭਾਵ ਅਰਥਾਂ ਵਿੱਚ ਕਈ ਅਰਥ ਆ ਜਾਂਦੇ ਨੇ, ਕਿਉਂਕਿ ਕਮਲਾ ਨਾਮ ਲక్ష్ਮੀ ਦਾ ਵੀ ਹੈ, ਕਮਲਾ ਕਮਲ ਦਾ ਫੁੱਲ ਵੀ ਹੈ, ਜਾਂ ਕਹੀਏ ਕਿ ਕਮਲਾ ਕਹਿੰਦੇ ਜਿਵੇਂ ਸ਼ੁਦਾਈ ਜਿਵੇਂ ਆਪਣੇ ਪਰਛਾਵੇਂ ਨੂੰ ਵੇਖ ਕੇ ਹੱਸਦਾ ਹੈ, ਇਸ ਤਰ੍ਹਾਂ ਇਹ ਪੁਰਸ਼ ਆਪਣੇ ਸੰਬੰਧੀਆਂ ਨੂੰ ਵੇਖ ਕੇ ਖੁਸ਼ ਰਹਿੰਦਾ। ਇਹ ਇੱਕ ਪਰਦਾ ਹੈ ਮਾਇਆ ਦਾ ਦਿਮਾਗ ਦੇ ਉੱਤੇ, ਜੋ ਪਰਮੇਸ਼ਰ ਵੱਲੋਂ ਹਮੇਸ਼ਾ ਭਲਾਈ ਰੱਖਦੀ ਹੈ। ਪਰ ਘਰ ਜੋ ਹੈ ਕਪਟ ਨਰਾ। ਇਹ ਕਪਟ ਜਿਹੜਾ ਨਾ, ਕਪਟ ਤੋਂ ਭਾਵ ਛਾਲ ਵਾਲਾ ਪੁਰਸ਼ ਕਾਮ ਦੇ ਵਸੀਕਾਰ ਹੋਇਆ ਪਰ ਘਰ ਹੁੰਦਾ, ਪਰਾਏ ਘਰਾਂ ਵੱਲ ਬੁਰੀ ਦ੍ਰਿਸ਼ਟੀ ਨਾਲ ਹਮੇਸ਼ਾ ਦੇਖਦਾ। ਹਮੇਸ਼ਾ ਇਹਦੇ ਮਨ ਦੇ ਅੰਦਰ, ਕਿਉਂਕਿ ਮਾਇਆ ਦੇ ਪ੍ਰਭਾਵੀ ਚੀਜ਼ਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਉੱਤੇ ਆਪਣਾ ਗਲਬਾ ਪਾ ਕੇ ਰੱਖਦੇ ਨੇ। ਬਹੁਤ ਮੁਸ਼ਕਲ ਹੈ ਕਿ ਨਿਕਲ ਕੇ ਕਿਤੇ ਸਤਸੰਗਤ ਵੱਲ ਨੂੰ ਦੌੜ ਪਵੇ ਅਤੇ ਗੁਰਾਂ ਦੀ ਹਜ਼ੂਰੀ 'ਚ ਆ ਕੇ ਬੈਠ ਜੇ। ਸਤਿਗੁਰੂ ਇਹਨੂੰ ਉਪਦੇਸ਼ ਕਰਕੇ ਇਹਦੇ ਅੰਦਰ
ਅਗਿਆਨਤਾ ਨੂੰ ਕੱਟ ਕੇ ਗਿਆਨ ਦੀ ਸੋਝੀ ਪਾ ਦੇਣ, ਫੇਰ ਇਹ ਕਿਤੇ ਮਾੜਾ ਜਿਹਾ ਬਚਦਾ। ਸਤਿਗੁਰੂ ਕਹਿੰਦੇ ਨੇ, ਲੋਭ ਦੇ ਵਸੀਕਾਰ ਹੋਇਆ ਹੋਇਆ ਪਰ ਘਰ ਜੋ ਹੈ ਕਪਟ ਨਰਾ। ਪਰਾਏ ਘਰਾਂ ਦੇ ਧਨ ਮਾਲ ਨੂੰ ਚੁਰਾਉਣ ਦੀ ਤਰਫ ਦੇਖਦਾ। ਆਪਣਾ ਜੋ ਸਰੂਪ ਰੂਪੀ ਘਰ ਹੈ ਇਹਨੂੰ ਤਿਆਗ ਕੇ ਪਰ ਘਰ ਹੁੰਦਾ ਜੋ ਦੇਵੀ ਦੇਵਤੇ ਉਹਨਾਂ ਨੂੰ ਜਾਂ ਭੂਤ ਪ੍ਰੇਤਾਂ ਆਦਿਕ ਨੂੰ ਉਹਨਾਂ ਦੀ ਤਰਫ ਦੌੜਦਾ, ਜੰਤਰਾਂ ਮੰਤਰਾਂ ਵੱਲ ਦੌੜਦਾ। ਆਪਣਾ ਜਿਹੜਾ ਗੁਰੂ ਘਰ ਹੈ, ਆਪਣੇ ਗੁਰੂ ਦਾ ਦਰ ਛੱਡ ਕੇ ਇਹ ਥਾਂ ਥਾਂ ਦੇ ਉੱਤੇ ਮਹਾਰਾਜ ਕਹਿੰਦੇ ਹੋਰ ਪਾਸੇ ਦੌੜਦਾ, ਉਹਨਾਂ ਦੀ ਉਪਾਸਨਾ ਕਰਦਾ। ਇਸ ਕਰਕੇ ਇਹਨੂੰ ਮਰਨ ਦਾ ਖੌਫ ਭੁੱਲ ਗਿਆ, ਕਿਉਂਕਿ ਸਤਿਗੁਰੂ ਨੇ ਇਹਨੂੰ ਸੱਤ ਦਾ ਗਿਆਨ ਦੇਣਾ। ਸੱਤ ਦਾ ਗਿਆਨ ਇਹਨੂੰ ਚੰਗਾ ਨਹੀਂ ਲੱਗਦਾ। ਜਦੋਂ ਇਹਨੂੰ ਕੋਈ ਮਾਇਆ ਦਾ ਗਿਆਨ ਦੇਵੇ ਬੰਦੇ ਨੂੰ, ਪੈਸੇ ਕਿੱਥੋਂ ਜ਼ਿਆਦਾ ਬਣਨੇ ਨੇ, ਫਲਾਣੇ ਦਾ ਨੁਕਸਾਨ ਕਿਵੇਂ ਹੋ ਸਕਦਾ, ਦੂਜੇ ਦਾ ਬੁਰਾ ਕਿਵੇਂ ਕਰ ਸਕਦੇ ਆ, ਵਿਕਾਰੀ ਸਥਾਨ ਕਿਹੜੇ ਕਿਹੜੇ ਨੇ, ਉਹਨਾਂ ਵੱਲ ਨੂੰ ਜ਼ਿਆਦਾ ਖਿੱਚ ਪੈਂਦੀ ਹੈ ਇਹਦੇ ਮਨ 'ਚ। ਇਹੀ ਸਾਰਾ ਕੁਝ ਕਰਦਿਆਂ ਇਹਦੀ ਜ਼ਿੰਦਗੀ ਅੱਧ ਵਿੱਚ ਪਹੁੰਚ ਗਈ। ਜਦੋਂ ਦੂੜਾ ਆਇਓ ਇਹ ਜਮਹਿ ਤਣਾ, ਮਹਾਰਾਜ ਕਹਿੰਦੇ ਭਈ ਸਮਾਂ ਪਾ ਕੇ ਫਿਰ ਜਮ ਜੋ ਤਣਾ ਹੈ ਬਲ ਵਾਲਾ ਜਮ, ਉਹਦੇ ਦੂੜਾ ਤੋਂ ਭਾਵ ਦੂਤ ਜਨ ਤੈਨੂੰ ਫੜਨ ਵਾਸਤੇ ਆਉਣਗੇ। ਤਿੰਨ ਆਗ ਲੜਾ ਮੈਂ ਰਹਿਣ ਨਾ ਜਾਏ, ਫਿਰ ਉਹਨਾਂ ਦੇ ਆਗ ਲੜਾ ਤੋਂ ਭਾਵ ਅਗਰ ਭਾਗ ਉਹਨਾਂ ਦੇ ਸਾਹਮਣੇ ਤੇਰੇ ਕੋਲੋਂ ਖੜਿਆ ਨਹੀਂ ਜਾਣਾ, ਕਿਉਂਕਿ ਉਹਨਾਂ ਨੇ ਬਲ ਨਾਲ ਤੈਨੂੰ ਨਰਕਾਂ ਵੱਲ ਨੂੰ ਲੈ ਹੀ ਜਾਣਾ। ਜਮ ਜੋ ਤਣਾ ਬਲ ਵਾਲਾ, ਉਹਦਾ ਜਿਹੜਾ ਦੂੜਾ ਸੰਦੇਸ਼ਾ ਤੈਨੂੰ ਆ ਕੇ ਜਿਹੜਾ ਪ੍ਰਾਪਤ ਹੋਇਆ, ਕਹਿੰਦੇ ਜਿਹੜੇ ਪੁੜਪੜੀ ਕੋਲ ਪਹਿਲਾ ਚਿੱਟਾ ਵਾਲ ਆਉਂਦਾ ਹੈ ਉਹ ਸੰਦੇਸ਼ਾ ਹੁੰਦਾ ਇਨਸਾਨ ਨੂੰ, ਕਿ ਵੀ ਹੁਣ ਕੰਨਾਂ ਕੋਲ ਚਿੱਟਾ ਵਾਲ ਆ ਗਿਆ ਪਹਿਲਾ, ਇਹਨੂੰ ਵੀ ਦੂੜਾ ਕਹਿੰਦੇ ਨੇ। ਜਦੋਂ ਇਹ ਆ ਜਾਂਦਾ ਵਾਲ ਤਾਂ ਸਮਝੋ ਪਹਿਲੀ ਚਿੱਠੀ ਪਹੁੰਚ ਗਈ ਬੰਦੇ ਨੂੰ ਕਿ ਜਮ ਦਾ ਜਿਨ੍ਹਾਂ ਰੋਗਾਂ ਵਿੱਚ ਪ੍ਰੇਮ ਹੈ ਤੇ ਰੋਗਾਂ ਦਾ ਜਮ ਵਿੱਚ ਪ੍ਰੇਮ ਹੈ, ਉਹ ਜਦ ਦੌੜਿਆ ਆਇਆ ਤਿੰਨਾਂ ਦੇ ਅਗਰ ਭਾਗ ਵਿੱਚ ਰਿਹਾ ਹੀ ਨਹੀਂ ਜਾਵੇਗਾ, ਭਾਵ ਉਹ ਰੋਗ ਹੀ ਐਸੇ ਲਾ ਦਿੰਦੇ ਨੇ। ਜਮਾਂ ਨੇ ਜਿਸ ਵੇਲੇ ਤਣਾ ਖਿੱਚਿਆ, ਤਣਾ ਆਦਿਕ ਸ਼ਸਤਰ ਮਾਰੇ, ਉਦੋਂ 84 ਲੱਖ ਜੁਨੀਆਂ ਦੇ ਭੋਗੜੇ ਰੂਪ ਦੂੜਾ ਹੁੰਦਾ ਫੇਰੇ ਵਿੱਚ ਆ ਜਾਏਗਾ ਤੂੰ, ਕਿਉਂਕਿ ਨੀਮ ਹੈ ਉਹਨਾਂ ਦੇ ਅੱਗੇ ਜਿਹੜੀ ਮੈਂ ਹੁੰਦੀ ਹੈ, ਹੰਗਤਾ ਮਮਤਾ ਸੰਯੁਕਤ ਜਿਹੜੇ ਜੀਵ ਨੇ, ਉਹਦੇ ਪਾਸੋਂ ਰਿਹਾ ਨਹੀਂ ਜਾਂਦਾ, ਥਰ ਥਰ ਕਰਕੇ ਕੰਬਦਾ। ਦੂੜਾ ਆਇਓ ਇਹ ਜਮਹਿ ਤਣਾ, ਜਮ ਜੋ ਤਣਾ ਤੋਂ ਭਾਵ ਬਲ ਵਾਲਾ, ਉਹਦਾ ਜਦ ਦੂੜਾ ਪੇੜਾ ਆਵੇਗਾ ਤਾਂ ਉਹਨਾਂ ਦੇ ਅੱਗੇ ਫਿਰ ਅਗਰ ਭਾਗ ਕਹਿੰਦੇ ਤੇਰੇ ਪਾਸੋਂ ਰਿਹਾ ਨਹੀਂ ਜਾਣਾ, ਖੜਿਆ ਨਹੀਂ ਜਾਣਾ। ਇੱਕ ਧਾੜ ਹੁੰਦੀ, ਇੱਕ ਪੇੜਾ ਹੁੰਦਾ। ਧਾੜ ਤਾਂ ਬਹੁਤਿਆਂ ਬੰਦਿਆਂ ਦੀ ਹੁੰਦੀ, ਪੇੜਾ 4 ਬੰਦਿਆਂ ਦਾ ਹੁੰਦਾ। ਇਸ ਪਾਸੇ ਪੇੜਾ ਕਿਹੜਾ, ਇੱਕ ਹੁੰਦਾ ਅਜ਼ਰਾਈਲ, ਦੂਜਾ ਅਸਰਾਫੀਲ, ਫਿਰ ਤੀਜਾ ਜਬਰਾਈਲ ਤੇ ਚੌਥਾ ਹੁੰਦਾ ਮੈਕਾਈਲ। ਇਹ 4 ਜਾਣੇ ਇਕੱਠੇ ਹੀ ਲਾਉਂਦੇ ਨੇ ਜੀਵ ਨੂੰ ਲੈਣ ਵਾਸਤੇ। ਸੋ ਜਿਵੇਂ ਆਮ ਤੌਰ ਤੇ ਆਪਾਂ ਇੱਕ ਉਦਾਹਰਨ ਦੇ ਲੈਂਦੇ ਆ, ਇੱਥੇ ਜਦੋਂ ਆਪਾਂ ਫੋਨ ਕਰਦੇ ਆ ਤਾਂ ਉਦੋਂ 3 ਜਾਣੇ ਇਕੱਠੇ ਹੀ ਆਉਂਦੇ ਨੇ, ਐਂਬੂਲੈਂਸ ਵੀ ਆ ਜਾਂਦੀ ਆ, ਫਾਇਰ ਬ੍ਰਿਗੇਡ ਵੀ ਆ ਜਾਂਦੀ ਆ, ਨਾਲ ਪੁਲਿਸ ਵੀ ਆ ਜਾਂਦੀ ਆ, ਕਹਿੰਦੇ ਪਤਾ ਨਹੀਂ ਕਿੰਨੀ ਕੁ ਮੁਸੀਬਤ ਹੋਈ ਖੜੀ ਉੱਥੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦ ਇਹ ਲੈਣ ਆਉਂਦੇ ਨੇ 4 ਜਾਣੇ ਇਕੱਠੇ, ਚਿੱਤਰ ਤੇ ਗੁਪਤ, ਇਹ ਸਾਰਿਆਂ ਦੀ ਕਈਆਂ ਦੀ ਫੌਜ ਇੱਕ ਬੰਦੇ ਨੂੰ ਲੈਣ ਆਉਂਦੀ। ਜਮ ਦਾ ਤਣਾ ਪੁੱਤਰ ਜੋ ਤਪਦਿਕ ਰੋਗ ਹੈ, ਜਿਸ ਵੇਲੇ ਤੇਰੇ ਪਾਸ ਆਵੇਗਾ ਕਹਿੰਦੇ ਫਿਰ ਉਹਦੇ ਅੱਗੇ ਖੜਿਆ ਨਹੀਂ ਜਾਣਾ। ਇਸ ਤਰ੍ਹਾਂ ਜਦੋਂ ਫਾਂਸੀ ਦੇਣੀ ਹੁੰਦੀ ਹੈ, ਜਲਾਦ ਪਹਿਲਾਂ ਹੋਣਾ ਜ਼ਰੂਰੀ ਹੈ, ਉਹਦੇ ਨਾਲ ਨਾਲ ਜੱਜ ਦਾ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਉੱਥੇ ਪੁਲਿਸ ਦੇ ਵੱਡੇ ਅਫਸਰਾਂ ਦਾ ਹੋਣਾ ਜ਼ਰੂਰੀ ਹੁੰਦਾ। ਉੱਥੇ ਬਹੁਤ ਜਾਣੇ ਹਾਜ਼ਰ ਹੁੰਦੇ ਨੇ ਤਾਂ ਇੱਕ ਬੰਦੇ ਨੂੰ ਫਾਂਸੀ ਦਿੱਤੀ ਜਾਂਦੀ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਵੀ ਜਦੋਂ ਬੰਦੇ ਨੂੰ ਲੈਣ ਆਉਣਾ, ਇਹ ਵੀ ਇੱਕ ਫਾਂਸੀ ਹੁੰਦੀ ਹੈ। ਤੋ ਫਾਂਸੀ ਐਸੀ ਕਿ 4 ਜਾਣੇ ਇਕੱਠੇ ਹੀ ਆਉਂਦੇ ਲੈਣ ਵਾਸਤੇ ਇਸ ਨੂੰ। ਕੋਈ ਕੋਈ ਸਾਜਣ ਆਏ ਕਹੈ, ਮਿਲ ਮੇਰੇ ਬੀਠਲਾ ਲੈ ਬਾਹੜੀ ਵਲਾਏ। ਕਿਉਂਕਿ ਭਗਤ ਬਾਣੀ ਦੇ ਅੱਖਰ ਥੋੜ੍ਹੇ ਜਿਹੇ ਮਹਿੰਗੇ ਹੁੰਦੇ ਨੇ, ਆਮ ਬੰਦੇ ਦੀ ਸਮਝ ਵਿੱਚ ਨਹੀਂ ਆਉਂਦੇ, ਪਰ ਕਿਉਂਕਿ ਬੋਲੀ ਬਾਹਰਲੀ ਹੈ, ਕੋਈ 600 ਸਾਲ ਪਹਿਲਾਂ ਭਗਤ ਹੋਇਆ, 550 ਸਾਲ ਪਹਿਲਾਂ ਹੋਇਆ, ਫਿਰ ਵੱਖੋ ਵੱਖਰੇ ਇਲਾਕੇ ਨੇ ਭਗਤਾਂ ਦੇ। ਸੋ ਇਸ ਤਰ੍ਹਾਂ ਬੋਲੀਆਂ ਦੇ ਵਿੱਚ ਫਰਕ ਹੈ। ਸੋ ਮਹਾਰਾਜ ਕਹਿੰਦੇ ਲੱਖਾਂ 'ਚੋਂ ਕੋਈ ਸੱਜਣ ਨੇ ਇਹੋ ਜਿਹੇ ਆ ਕੇ ਕਹਿੰਦੇ ਕਿ ਹੇ ਬੀਠਲ, ਬੀਠਲ ਨਾਮ ਪਰਮਾਤਮਾ ਦਾ ਹੈ,
हे परमात्मा तू मैनू आके मिल। ਇਹੋ ਜਿਹਾ ਕੋਈ ਸੱਜਣ ਹੈ ਜਿਹੜਾ ਕੋਈ ਆ ਕੇ ਕਹੇ ਕਿ ਹੇ ਬੀਠਲ ਪ੍ਰਮਾਤਮਾ ਤੂੰ ਮੈਨੂੰ ਮਿਲ, ਮੈਂ ਰੁੜਿਆ ਜਾ ਰਿਹਾ ਵਿਕਾਰਾਂ ਵਿੱਚ, ਮਾਇਆ ਵਿੱਚ। ਇਸ ਕਰਕੇ ਮੈਂ ਰੁੜਦੇ ਹੋਏ ਨੂੰ ਕਿਰਪਾ ਕਰ, ਆਪ ਬੌੜੀ ਮੇਰੇ ਪਾਸ ਪਹੁੰਚ ਕੇ ਮੈਨੂੰ ਬੁਲਾਏ ਤੋਂ ਭਾਵ ਨਿਕਾਲ ਲਓ। ਮੈਂ ਬਾੜੀ ਬੁਲਾਏ। ਸੋ ਇਸ ਤਰ੍ਹਾਂ ਮੈਨੂੰ ਰੁੜੇ ਜਾਂਦੇ ਨੂੰ ਤੁਸੀਂ ਕਿਰਪਾ ਕਰਕੇ ਕੱਢ ਲਓ ਵਿਕਾਰਾਂ ਵਿੱਚੋਂ। ਕਹਿੰਦੇ ਕੋਈ ਬੰਦਾ ਰੱਬ ਅੱਗੇ ਅਰਦਾਸ ਕਰਦਾ, ਨਹੀਂ ਤਾਂ ਰੁੜਨ ਦੀਆਂ ਅਰਦਾਸਾਂ ਜ਼ਿਆਦਾ ਹੁੰਦੀਆਂ ਨੇ। ਜਿਸ ਵੇਲੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਕੋਈ ਪੂਰਨ ਗੁਰੂ ਆ ਕੇ ਮਿਲਣ ਤੇ ਆਪਣੀ ਰਸਨਾ ਦੁਆਰਾ ਕੋਈ ਸ਼ੁਭ ਉਪਦੇਸ਼ ਬਤਾਉਣ, ਦੱਸਣ, ਉਸ ਵੇਲੇ ਉਸ ਉਪਦੇਸ਼ ਪਰਮੇਸ਼ਰ ਅੱਗੇ ਇਹੋ ਜਿਹੀ ਪ੍ਰਾਰਥਨਾ ਕਰਿਓ ਉਸ ਉਪਦੇਸ਼ ਨੂੰ ਲੈ ਕੇ, ਬੀਠਲਾ ਅਕਾਲ ਪੁਰਖ ਇਹ ਵਾਹਿਗੁਰੂ ਆਪ ਮੈਨੂੰ ਮਿਲਣਾ ਕਰੋ, ਕਿਉਂਕਿ ਸੰਸਾਰ ਸਮੁੰਦਰ ਦੇ ਵਿੱਚ ਮੈਂ ਬਾੜੀ ਤੋਂ ਭਾਵ ਰੁੜਿਆ ਜਾਂਦਾ। ਆਪ ਪ੍ਰੀਤੀ ਰੂਪ ਬਾੜੀ ਜਿਹੜੀ ਆ ਨਾ, ਬਾਹੜੀ ਬੁਲਾਏ ਭਾਵ ਮੈਨੂੰ ਗਲਵੱਕੜੀ ਪਾ ਕੇ ਇਹਦੇ ਵਿੱਚੋਂ ਕੱਢ ਲੈਣਾ ਕਰੋ। ਇਹ ਬੀਠਲ ਨਾਮ ਪਰਮੇਸ਼ਰ ਦਾ ਕਿਵੇਂ ਬੀ ਨਾਮ ਉਤਪਤੀ ਦਾ ਹੈ, ਠਾ ਨਾਮ ਠਹਿਰਾਵਨਾ, ਲਾ ਨਾਮ ਲੈਤਾ। ਜੋ ਇਹਨਾਂ ਤਿੰਨਾਂ ਦੇ ਕਰਨ ਵਾਲਾ ਹੋਵੇ ਉਹਨੂੰ ਕਹਿੰਦੇ ਬੀਠਲ। ਸੋ ਜਿਸ ਨੇ ਪੁੰਡਰੀਕ ਭਗਤ ਦੇ ਪਾਸੋਂ ਬੀਠਲ ਇੱਟ ਦਾ ਆਸਣ ਲੀਤਾ ਹੋਵੇ ਸੋ ਕਹੀਏ ਬੀਠਲ। ਪੂਰਬ ਵੱਲ, ਕਿਉਂਕਿ ਇੱਟ ਨੂੰ ਹੀ ਬੀਠਲ ਕਹਿੰਦੇ ਨੇ। ਸੋ ਜਦੋਂ ਪੁੰਡਰੀਕ ਭਗਤ ਜੀ ਦੇ ਕੋਲ ਪਰਮੇਸ਼ਰ ਆਏ ਸੀ, ਇੱਕ ਵਾਰ ਆਪਸ ਵਿੱਚ ਖੜਿਆਂ ਬਚਨ ਵਿਲਾਸ ਹੁੰਦੇ ਰਹੇ। ਪਰਮੇਸ਼ਰ ਜੀ ਕਹਿੰਦੇ ਮੈਨੂੰ ਬੈਠਣ ਵਾਸਤੇ ਨਹੀਂ ਕਹੋਗੇ। ਉਸ ਵਕਤ ਕਹਿੰਦੇ ਜੰਗਲਾਂ ਵਿੱਚ ਤਾਂ ਬਹਿਣ ਨੂੰ ਕਿਹੜੀ ਚੀਜ਼ ਹੈ ਮਹਾਰਾਜ, ਆਹ ਇੱਕ ਇੱਟ ਪਈ ਆ ਅੱਧਿਕ, ਇਹਦੇ ਉੱਤੇ ਬੈਠ ਜਾਓ। ਪਰਮੇਸ਼ਰ ਇੱਕ ਲੱਤ ਦੇ ਭਾਰ ਉਹਦੇ ਉੱਤੇ ਖੜੇ ਹੋ ਗਏ। ਉਦੋਂ ਤੋਂ ਉਹਨਾਂ ਦਾ ਨਾਮ ਬੀਠਲ ਪੈ ਗਿਆ। ਮਿਲ ਮੇਰੇ ਰਮਈਆ ਮੈਂ ਲੇਹ ਛਡਾਏ ਰਹਾਓ। ਕਹਿੰਦੇ ਇਉਂ ਬੇਨਤੀ ਕਰੋ ਪ੍ਰਮਾਤਮਾ ਦੇ ਚਰਨਾਂ ਵਿੱਚ, ਇਹ ਸਾਰਿਆਂ ਵਿੱਚ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਮੈਨੂੰ ਮਿਲ ਕੇ, ਮੈਨੂੰ ਦਰਸ਼ਨ ਦੇ ਕੇ ਇਹ ਸੰਸਾਰ ਤੋਂ ਛੁਡਾ ਲਓ ਮੈਨੂੰ ਆਪ। ਮੇਰੇ ਕੋਲੋਂ ਛੁੱਟਿਆ ਨਹੀਂ ਜਾਂਦਾ, ਮੈਂ ਨਿਕਲ ਨਹੀਂ ਸਕਦਾ, ਕਿਉਂਕਿ ਮੈਂ ਫਸਿਆ ਹੀ ਇਹੋ ਜਿਹੇ ਢੰਗ ਨਾਲ ਹੈ। ਤੁਸੀਂ ਹੀ ਕਿਰਪਾ ਕਰਕੇ ਮੈਨੂੰ ਕੱਢ ਲਓ ਜੀ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਭਇਆ। ਪਰਮਾਤਮਾ ਦੇ ਸਨਮੁਖ ਕਰਨੇ ਵਾਸਤੇ ਉਪਾਲੰਬ ਉਪਦੇਸ਼ ਕਰਦੇ ਨੇ। ਇਹ ਪੁਰਸ਼ਾ ਸੋ ਇਸ ਢੰਗ ਦੇ ਨਾਲ ਜਿਵੇਂ ਅਨੇਕਾਂ ਹੀ ਪ੍ਰਾਣੀ ਅਨੇਕਾਂ ਹੀ ਬੜੇ ਬੜੇ ਭੋਗਾਂ ਵਿੱਚ ਲੱਗ ਕੇ ਪਰਮਾਤਮਾ ਨੂੰ ਭੁੱਲ ਗਏ ਨੇ, ਉਹਨਾਂ ਵਾਂਗ ਤੂੰ ਵੀ ਸੰਸਾਰ ਦੇ ਪਦਾਰਥਾਂ ਵਿੱਚ ਪੈ ਕੇ ਮੂੰਹ ਦੇ ਨਾਲ ਇਉਂ ਕਹਿਣਾ ਕਿ ਮੈਂ ਸੰਸਾਰ ਸਮੁੰਦਰ ਵਿੱਚ ਅਮਰ ਹੋ ਗਿਆ। ਕਿਉਂਕਿ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਬਹੁਤਿਆਂ ਪਦਾਰਥਾਂ ਵਿੱਚ ਬਹੁਤਿਆਂ ਭੋਗਾਂ ਵਿੱਚ ਫਸ ਕੇ ਪ੍ਰਾਣੀ ਭੁੱਲ ਗਿਆ ਪਰਮਾਤਮਾ ਨੂੰ, ਪਰ ਕਹਿੰਦਾ ਕਿ ਮੈਂ ਸੰਸਾਰ ਸਾਗਰ ਵਿੱਚ ਆ ਕੇ ਅਮਰ ਹੋ ਗਿਆ ਹਾਂ। ਪਰ ਇਹਨੂੰ ਮੂਰਖ ਨੂੰ ਇਹ ਨਹੀਂ ਪਤਾ, ਮਹਾਰਾਜ ਕਹਿੰਦੇ ਵੀ ਅਮਰ ਨਹੀਂ ਹੋਇਆ। ਅਮਰ ਹੁੰਦਾ ਅਮਰ, ਮਰਨ ਤੋਂ ਰਹਿਤ ਹੋ ਗਿਆ ਹਾਂ। ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ। ਕਹਿੰਦਾ ਬੜਾ ਆਲਸੀ ਬੰਦਾ, ਦਲਿਦਰੀ ਪੁਰਸ਼ਾ, ਤੂੰ ਮਾਇਆ ਨਾਲ ਠੱਗਿਆ ਹੋਇਆ, ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ। ਇਸ ਕਰਕੇ ਤੈਂ ਅਮੋਲਕ ਮਨੁੱਖਾ ਜਨਮ ਨੂੰ ਨਿਸਫਲ ਹੀ ਗਵਾ ਲਿਆ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ। ਮਹਾਰਾਜ ਕਹਿੰਦੇ ਪ੍ਰਾਣੀ, ਤਰਲੋਚਨ ਭਗਤ ਜੀ ਕਹਿੰਦੇ ਜੇ ਜਮ ਰਸਤੇ ਵਿੱਚ ਤੈਂ ਜਾਣਾ ਨਾ ਅਖੀਰ ਮਰਨ ਤੋਂ ਬਾਅਦ, ਉਹ ਪਰਲੋਕ ਦਾ ਰਸਤਾ ਬਹੁਤ ਜ਼ਿਆਦਾ ਬਿਖਮ ਕਠਨ ਘੋਰ ਭਿਆਨਕ ਹੈ। ਜਮਪੁਰ ਘੋਰ ਅੰਧਾਰ ਮਹਾ ਗੁਬਾਰ, ਨਾ ਤਿੱਥੈ ਭੈਣ ਨਾ ਭਾਈ। ਮਹਾਰਾਜ ਤੀਜੇ ਪਾਤਸ਼ਾਹ ਦੀ ਪੰਕਤੀ ਹੈ, ਵੈਦੋ ਨਾ ਬਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰਾ ਸੰਗ ਸਹਾਈ। ਉਹ ਇੰਨਾ ਘੋਰ ਕਠਨ ਤੇ ਭਿਆਨਕ ਥਾਂ ਜਿੱਥੋਂ ਤੂੰ ਜਾਣਾ ਹੈ ਲੰਘ ਕੇ, ਉੱਥੇ ਚਾਨਣ ਨਹੀਂ ਹੋਣਾ। ਰਵ ਸਸ ਤਹਿ ਨਾ ਪ੍ਰਵੇਸੰ। ਰਵ ਹੁੰਦਾ ਸੂਰਜ, ਸਸ ਹੁੰਦਾ ਚੰਦਰਮਾ। ਇਹ ਉਸ ਜਮ ਰਸਤੇ ਵਿੱਚ ਪ੍ਰਵੇਸ਼ ਹੀ ਨਹੀਂ ਕਰਦੇ, ਉੱਥੇ ਚਾਨਣ ਜਾਂਦਾ ਹੀ ਨਹੀਂ, ਕਿਉਂਕਿ ਹੈ ਹੀ ਬਹੁਤ ਜ਼ਿਆਦਾ ਦੂਰ। ਇਸ ਕਰਕੇ ਉਹ ਰਸਤਾ ਭਿਆਨਕ ਕਥਨ ਕੀਤਾ ਤੇ ਪਾਪੀ ਲਈ ਨਿਵਿਰਤ ਹੋਣਾ ਬਹੁਤ ਔਖਾ ਹੈ। ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜੇ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਉੱਥੇ ਪ੍ਰਵੇਸ਼ ਕਰਨ ਲਈ ਤੇਰੇ ਕੋਲ ਵਿਰਾਗ ਵਿਵੇਕ ਰੂਪ ਸੂਰਜ ਚੰਦਰਮਾ ਨਹੀਂ ਹਨ। ਮਾਇਆ ਮੋਹ ਤਬ ਬਿਸਰ ਗਿਆ,
ਜਾਂ ਤਜੀਅਲੇ ਸੰਸਾਰੰ। ਜਿਹੜਾ ਮਾਇਆ ਦਾ ਮੋਹ ਪਿਆ ਹੋਇਆ ਸੀ ਸੰਸਾਰ ਵਿੱਚ, ਉਸ ਵੇਲੇ ਮਾਇਆ ਦਾ ਮੋਹ ਭੁੱਲ ਜਾਏਗਾ ਤੇ ਪਰਮੇਸ਼ਰ ਯਾਦ ਆਵੇਗਾ। ਕਦੋਂ? ਜਿਸ ਵੇਲੇ ਤੂੰ ਇਸ ਸੰਸਾਰ ਨੂੰ ਤਿਆਗੇਂਗਾ ਤੇ ਜਮਾਂ ਦੇ ਵਸ ਪੈ ਜਾਏਗਾ। ਇਸ ਸੰਸਾਰ ਨੂੰ ਜਾਂ ਤੂੰ ਤਿਆਗੇਂਗਾ ਤਾਂ ਮਾਇਆ ਦਾ ਮੋਹ ਫਿਰ ਭੁੱਲੇਗਾ ਤੈਨੂੰ। ਭੁੱਲੇਗਾ? ਕਹਿੰਦੇ ਨਹੀਂ, ਭੁੱਲੇਗਾ ਨਹੀਂ, ਫਿਰ ਵੀ ਨਹੀਂ ਭੁੱਲੇਗਾ, ਫਿਰ ਵੀ ਤੇਰੀਆਂ ਵਾਸ਼ਨਾਵਾਂ ਤੇਰੇ ਨਾਲ ਬਣੀਆਂ ਹੀ ਰਹਿਣਗੀਆਂ। ਇਸ ਕਰਕੇ ਜਿਉਂਦੇ ਜੀ ਤੂੰ ਇਹ ਤਣੇ ਕੱਟ ਦੇ ਮਾਇਆ ਦੇ ਮੋਹ ਦਾ ਤਿਆਗ, ਵਾਸ਼ਨਾ ਦਾ ਤਿਆਗ, ਆਸਾ ਛੱਡ ਦੇ। ਜਿਹੜੀਆਂ ਮਨ ਦੇ ਅੰਦਰ ਆਸਾਂ ਲਾ ਕੇ ਬੈਠਾ ਹੈ, ਇਹਨਾਂ ਦਾ ਤਿਆਗ ਕਰ ਦੇ। ਆਜ ਮੇਰਾ ਮਨ ਪ੍ਰਗਟ ਭਇਆ ਹੈ, ਪੇਖੀਅਲੇ ਧਰਮ ਰਾਓ। ਤਹ ਕਰ ਦਲ ਕਰਨ ਮਹਾਬਲੀ, ਤਿਨ ਆਗਲੜਾ ਮੈਂ ਰਹਿਣ ਨਾ ਜਾਏ। ਕਿਉਂਕਿ ਤਹ ਤੋਂ ਭਾਵ ਤਿਸ ਧਰਮ ਰਾਜਾ ਦੀ ਸਭਾ ਵਿੱਚ ਰਾਜ ਇੱਕ, ਜਿਹੜੇ ਨੇ ਕਰਨ ਵਰਗੇ ਵੱਡੇ ਵੱਡੇ ਰਾਜੇ, ਜਿਹੜੇ ਬੜੇ ਬੜੇ ਮਹਾਬਲੀਆਂ ਨੂੰ ਦਲ ਦਿੰਦੇ ਸੀ। ਕਰਨ ਬਹੁਤ ਤਾਕਤਵਰ ਹੋਇਆ ਹੈ। ਸੋ ਇਸ ਤਰੀਕੇ ਨਾਲ ਕਹਿੰਦੇ ਨੇ ਕੈਰਵਾਂ ਦੇ ਵਿੱਚ ਇਹ ਹੋਇਆ ਬਹੁਤ ਤਕੜਾ, ਜਿਹਨੇ ਆਪਣਾ ਅੰਗੂਠਾ ਵੱਢ ਕੇ ਦਾਨ ਕਰਤਾ ਸੀ, ਉਹਦੇ ਵਰਗੇ ਦਾਨੀ ਤਕੜੇ। ਤੂੰ ਭਲਾ ਕਿਹੜੇ ਬਾਗ ਦੀ ਮੂਲੀ ਹੈ ਜੋ ਵੱਜ ਜਾਏਗਾ। ਅਥਵਾ ਕਰਨ ਤੋਂ ਭਾਵ ਹਾਥੀ ਆਦਿਕ ਦਲਾਂ ਦੇ ਸਹਿਤ, ਜਾਂ ਹਾਥੀ ਜਿਹਦੇ ਦਰਵਾਜ਼ੇ ਉੱਪਰ ਝੂਲਦੇ ਹੋਣ, ਤੇ 33 ਕਰੋੜ ਦੇਵਤਾ ਜਿਸ ਦੀ ਦਲ ਤੋਂ ਭਾਵ ਸੈਨਾ ਹੋਵੇ, ਆਗਿਆ ਵਿੱਚ ਹੋਣ। ਐਸਾ ਜੋ ਮਹਾਬਲੀ ਰਾਵਣ ਸੀ, ਉਹਨੂੰ ਵੀ ਉੱਥੇ ਨਾਸ਼ ਕਰ ਦਿੱਤਾ। ਤੇ ਤੂੰ ਕਿਹੜੇ ਬਾਗ ਦੀ ਮੂਲੀ ਕਹਿੰਦੇ। ਗੁਸਾਈ ਤੁਲਸੀ ਜੀ ਕਹਿੰਦੇ, ਜਿਵੇਂ ਜੇ ਮਾਰਤ ਗਿਰ ਮੇਰ ਉਡਾਈ, ਕਹੋ ਤੂਲ ਕਿਹ ਲੇਖਾ ਮਾਹੀ। ਸੋ ਜਦੋਂ ਮਾਰਦਾ ਸੀ ਆਵਾਜ਼, ਜਦੋਂ ਮਾਰਦਾ ਸੀ ਇਹੋ ਜਿਹੀ ਸ਼ਕਤੀ ਆਪਣੀ, ਪਹਾੜਾਂ ਨੂੰ ਉਡਾ ਦਿੰਦਾ ਸੀ। ਤੇ ਫਿਰ ਰੂਹ ਦਾ ਫੰਭਾ ਜਾਂ ਬੰਦਾ ਕੀ ਚੀਜ਼ ਹੈ। ਮਹਾਬਲੀ ਜੋ ਅਜ਼ਰਾਈਲ ਮਕਾਇਲ ਨੇ, ਉਹ ਤੇ ਇਸ ਪ੍ਰਲੋਕ ਵਿੱਚ ਬਹੁਤ ਦਲਦੇ ਨੇ ਬੰਦੇ ਨੂੰ। ਉਹਨਾਂ ਦੇ ਆਗਲੜਾ ਮੈਂ, ਉਹਨਾਂ ਦੇ ਸਾਹਮਣੇ ਫਿਰ ਬੰਦੇ ਤੋਂ ਖੜਿਆ ਨਹੀਂ ਜਾਂਦਾ, ਕਿਉਂਕਿ ਤਾਕਤ ਬਹੁਤ ਜ਼ਿਆਦਾ ਹੁੰਦੀ ਉਹਨਾਂ ਤੇ। ਤੂੰ ਭਗਵਾਨ ਦੇ ਨਾਮ ਦਾ ਇਸ ਕਰਕੇ ਚਿੰਤਨ ਕਰ, ਤਾਈਓ ਕਹਿੰਦੇ ਵਾਹਿਗੁਰੂ ਕਹਿ, ਨਾਮ ਜਪ, ਜੇ ਉਹਨਾਂ ਤੋਂ ਬਚਣਾ ਹੈ। ਸੋ ਇੰਨੀ ਗੱਲ ਸੁਣ ਕੇ ਜਗਿਆਸੂ ਫਿਰ ਬੇਨਤੀ ਕਰਦਾ ਕਿ ਆਪ ਦਾ ਕਹਿਣਾ ਠੀਕ ਆ। ਆਪ ਦੇ ਪਾਸੋਂ ਸੁਣ ਕੇ ਅੱਜ ਮੇਰੇ ਮਨ ਵਿੱਚ ਇਹ ਸੰਕਲਪ ਪ੍ਰਗਟ ਹੋ ਗਿਆ ਕਿ ਸ਼ੁਭ ਕਰਮ ਕੀਤੇ ਬਿਨਾਂ ਅਸ਼ੁਭ ਕਰਮਾਂ ਦੇ ਕਰਨੇ ਨਾਲ ਕਠਿਨ ਸੁਭਾਅ ਵਾਲਾ ਧਰਮ ਰਾਜਾ ਹੈ। ਸੋ ਫਿਰ ਉਹਦੇ ਸਾਹਮਣੇ ਜਾਣਾ ਪਵੇਗਾ ਜੇ ਮੈਂ ਮਾੜੇ ਕਰਮ ਹੀ ਕਰਦਾ ਰਿਹਾ। ਫਿਰ ਜਗਿਆਸੂ ਨੇ ਬੇਨਤੀ ਕੀਤੀ, ਆਪ ਕੋਈ ਸੌਖਾ ਜਿਹਾ ਪਾਓ ਦੱਸੋ, ਜਿਸ ਕਰਕੇ ਜਮਾ ਤੋਂ ਬਚ ਜਾਈਏ। ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤੜਾ ਨਾਰਾਇਣ। ਤਰਲੋਚਨ ਭਗਤ ਜੀ ਕਹਿੰਦੇ, ਭਾਈ ਜੇ ਕੋਈ ਕਿਸੇ ਨੂੰ ਮੂੰਹ ਮੈਨੂੰ ਉਪਦੇਸ਼ ਦੇਣਾ ਕੀਤਾ ਹੈ, ਕਿਸੇ ਨੇ ਵੀ ਉਪਦੇਸ਼ ਦਿੱਤਾ, ਤਾਂ ਉਹ ਇਹੀ ਉਪਦੇਸ਼ ਦਿੱਤਾ ਮੈਨੂੰ ਹਰੇਕ ਨੇ, ਵੱਡਿਆਂ ਨੇ। ਚਾਹੇ ਕੋਈ ਮੈਨੂੰ ਮੇਰਾ ਗੁਰੂ ਮਿਲਿਆ, ਸੰਤ ਮਹਾਤਮਾ ਮਿਲਿਆ, ਉਹ ਕਹਿੰਦੇ ਨਾਰਾਇਣ ਜਿਹੜਾ ਪ੍ਰਮਾਤਮਾ ਨਾ, ਵਣਾ ਔਰ ਤਣਾ ਵਿੱਚ ਪ੍ਰਮਾਤਮਾ ਵਿਆਪਕ ਹੈ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ, ਸਾਰਿਆਂ ਵਿੱਚ ਵਿਆਪਕ ਹੈ, ਅੰਦਰ ਵੀ ਹੈ ਤੇ ਬਾਹਰ ਵੀ ਹੈ। ਇਸ ਕਰਕੇ ਉਹ ਪ੍ਰਮਾਤਮਾ ਹਰੇਕ ਜਗ੍ਹਾ ਤੇ ਦੇਖਣ ਦੇ ਨਾਲ ਹੀ ਚੰਗਾ ਕਰਮ ਕਰ ਸਕਦਾ ਜੀਵ। ਐ ਜੀ ਤੂੰ ਆਪੇ ਸਭ ਕੁਛ ਜਾਣਦਾ, ਬਦਤ ਤਰਲੋਚਨ ਰਾਮਈਆ। ਤਰਲੋਚਨ ਭਗਤ ਜੀ ਉਚਾਰਦੇ ਨੇ, ਸੋ ਤੈਨੂੰ ਵੀ ਕਹਿੰਦੇ ਇਹੀ ਉਪਦੇਸ਼ ਕਰਦੇ ਆ ਅਸੀਂ ਭਾਈ। ਉਹ ਵਾਹਿਗੁਰੂ ਨੂੰ ਪਰਿਪੂਰਨ ਜਾਣ ਕੇ ਪ੍ਰਾਰਥਨਾ ਕਰ। ਇਹ ਸਰਬ ਸ਼ਕਤੀਮਾਨ ਰਾਮਈਆ ਹੁੰਦਾ ਰਮੇ ਹੋਏ ਸਰਬੱਗ ਪ੍ਰਮਾਤਮਾ, ਉਹ ਅਕਾਲ ਪੁਰਖ ਵਾਹਿਗੁਰੂ। ਤੁਸੀਂ ਆਪ ਹੀ ਜੀਵਾਂ ਦੇ ਸ਼ੁਭ ਅਸ਼ੁਭ ਕਰਮਾਂ ਨੂੰ ਸਭ ਕੁਝ ਜਾਣਦੇ ਹੋ। ਜੀਵਾਂ ਦੇ ਦੁੱਖ ਸੁੱਖ ਦੀ ਗਿਆਤ ਤੁਹਾਨੂੰ ਹੀ ਹੈ। ਇਸ ਵਾਸਤੇ ਆਪ ਕਿਰਪਾ ਕਰਕੇ ਮੈਨੂੰ ਦੁੱਖਾਂ ਤੋਂ ਛੁਡਾ ਲਓ ਜੀ। ਕਹਿੰਦੇ ਪਰਮਾਤਮਾ ਨੂੰ ਸਰਬ ਵਿਆਪਕ ਜਾਣ, ਮਨ ਦੇ ਅੰਦਰ ਡਰ ਰੱਖ ਪ੍ਰਲੋਕ ਦਾ, ਅਤੇ ਬੇਨਤੀਆਂ ਕਰ ਪਰਮਾਤਮਾ ਦੇ ਚਰਨਾਂ ਵਿੱਚ, ਤਾਂ ਤੇਰਾ ਬਸ ਭਲਾ ਹੋ ਸਕਦਾ।